ਆਪਣੇ ਆਪ ਦੇ ਵਿੱਚ ਇੱਕ ਵੱਡੀ ਉਪਲਬਧੀ ਹੁੰਦੀ ਆ ਜਦੋਂ ਐਡਾ ਵੱਡਾ ਅੰਦੋਲਨ ਹੋਵੇ ਤੇ ਤੁਹਾਡਾ ਨਾਮ ਮਨੁੱਖਤਾ ਦੀ ਸੇਵਾ ਦੇ ਲਈ ਯਾਦ ਕੀਤਾ ਜਾਂਦਾ। ਉਸ ਆਪਰੇਸ਼ਨ ਥੀਏਟਰ ਦੇ ਵਿੱਚ ਕਿਸੇ ਦੇ ਸਟਿਚ ਲਾਉਣੇ ਆ, ਕਿਸੇ ਦੀ ਕੋਈ ਮਾਈਨਰ ਸਰਜਰੀ ਕਰਨੀ ਆ, ਉਹ ਸਾਰਾ ਇੱਥੇ ਜਿੰਨਾ ਸਾਡੇ ਕੋਲ ਵੱਧ ਤੋਂ ਵੱਧ ਹੋ ਸਕਦਾ ਸੀ ਵੱਧ ਤੋਂ ਵੱਧ ਮਤਲਬ ਸੰਗਤ ਦੀ ਸੇਵਾ ਕਰਨ ਨੂੰ ਤਤਪਰ ਰਹਿੰਦੇ ਸੀ ਸਾਡੇ ਜੀ। ਜੀ ਇਹ ਤਾਂ ਗੱਲ ਹੋਈ ਕਿ ਅਸੀਂ ਕਿਸ ਹੱਦ ਤੱਕ ਗਏ। ਜੀ 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 ਪਰ ਜਦੋਂ ਤੁਰੇ ਸੀ ਕੀ ਅੰਦਾਜ਼ਾ ਸੀ ਕਿ ਇਸ ਹੱਦ ਤੱਕ ਜਾਣਾ ਪਊਗਾ? ਜਥੇਬੰਦੀਆਂ ਦੇ ਸੀਗੀ ਜਿਹੜੀ ਰੂਪਰੇਖਾ ਸੀ ਵੀ ਆਪਣੀ ਟਰਾਲੀ ਦੇ ਵਿੱਚ 2-2 ਮਹੀਨੇ ਦਾ ਸਮਾਨ ਰੱਖਣਾ, ਆਪਣਾ ਰਾਸ਼ਨ, ਔਰ ਇੱਕ ਸਿਲੰਡਰ ਹੋਣਾ ਚਾਹੀਦਾ, 2 ਪਤੀਲੇ ਹੋਣੇ ਚਾਹੀਦੇ, ਇੱਕ ਸਬਜ਼ੀ ਲਈ, ਇੱਕ ਚਾਹ ਬਣਾਉਣ ਵਾਸਤੇ। ਤੁਹਾਡੇ ਕੋਲ ਸਾਰਾ ਸਮਾਨ ਟਰਾਲੀ ਦੇ ਵਿੱਚ ਹੋਣਾ ਚਾਹੀਦਾ, ਪਤਾ ਨਹੀਂ ਕਿੱਥੇ ਰੁਕਣਾ, ਕਿੱਥੇ 5 ਬੰਦਿਆਂ ਦਾ ਸਮਾਨ ਹੋਣਾ ਚਾਹੀਦਾ। 5 ਜਾਂ 10 ਥਾਲੀਆਂ, ਚਮਚ, ਗਲਾਸ, ਸਾਰਾ ਕੁਝ ਉਸ ਟਰਾਲੀ ਦੇ ਵਿੱਚ ਹੋਣਾ ਚਾਹੀਦਾ ਵੀ ਪਤਾ ਨਹੀਂ ਕਿੱਥੇ ਸਾਨੂੰ ਰਾਤ ਕੱਟਣੀ, ਕਿੱਥੇ ਦਿਨ ਕੱਟਣੇ। ਪਰ ਇੱਥੇ ਫਿਰ ਸਿੰਘੂ ਬਾਰਡਰ ਤੇ ਆ ਕੇ ਤੇ ਮਤਲਬ ਪੱਕੇ ਘਰ ਬਣ ਗਏ। ਹੁਣ ਦੇਖੋ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ। ਸਿੰਘੂ ਬਾਰਡਰ ਤੇ ਅੱਜ ਮੋਰਚਾ ਫਤਿਹ ਵੱਲ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਦੋਸਤੋ, ਇਹ ਅੰਦੋਲਨ ਕਦੇ ਵੀ ਸੌਖਾ ਨਹੀਂ ਸੀ। ਬਹੁਤ ਸਾਰੇ, ਜੇ ਕਹਿ ਲਈਏ ਬਹੁਤ ਸਾਰੇ ਪੱਖ ਇਸ ਅੰਦੋਲਨ ਨੂੰ ਜਿੱਤ ਵੱਲ ਅੱਗੇ ਲੈ ਕੇ ਗਏ। ਸਿਰਫ ਲੰਗਰ ਹੀ ਨਹੀਂ, ਜੇ ਗੱਲ ਕਰੀਏ, ਜਾਂ ਲੋਕਾਂ ਦਾ ਹਜੂਮ ਹੀ ਨਹੀਂ, ਬਲਕਿ ਇੰਨੇ ਹਜੂਮ ਨੂੰ ਸਾਂਭਣ ਵਾਲੇ ਲੋਕ, ਸੇਵਾ ਭਾਵਨਾ ਤੇ ਸੇਵਾ ਭਾਵਨਾ ਦੀ ਹੀ ਇੱਕ ਉਦਾਹਰਨ ਲਾਈਫ ਕੇਅਰ ਫਾਊਂਡੇਸ਼ਨ। ਸੋ ਇਸੇ ਦੇ ਨਾਲ ਜੇ ਆਪਾਂ ਗੱਲ ਕਰੀਏ, ਬਹੁਤ ਲੋਕ ਜੁੜੇ ਹੋਏ ਸੀ, ਬਹੁਤ ਲੋਕਾਂ ਦਾ ਇੱਥੇ ਆਉਣਾ ਜਾਣਾ ਹੁੰਦਾ ਹੈ। ਤਸਵੀਰਾਂ ਵੀ ਤੁਸੀਂ ਦੇਖੀਆਂ ਕਿ ਕਿਸ ਪ੍ਰਕਾਰ ਕਿੰਨਾ ਹਾਲਾਤਾਂ ਦੇ ਵਿੱਚ ਇੱਥੇ ਜੋ ਹੈ ਜ਼ਰੂਰਤਮੰਦਾਂ ਦਾ ਇਲਾਜ ਕੀਤਾ ਜਾਂਦਾ ਹੈ। ਤਾਂ ਗੱਲ ਕਰਾਂਗੇ ਉਹਨਾਂ ਦੇ ਨਾਲ ਜੋ ਫਿਲਹਾਲ ਇੱਥੇ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ ਮਰੀਜ਼ਾਂ ਦੀ ਦੇਖ ਰੇਖ ਕਰ ਰਹੇ ਨੇ ਤੇ ਅੰਦੋਲਨ ਦੇ ਵਿੱਚ ਜੇਕਰ ਗੱਲ ਕਰੀਏ ਬਹੁਤ ਹੀ ਮਸ਼ਹੂਰ ਸ਼ਖਸੀਅਤ ਰਹੇ ਨੇ। ਸੋ ਇਹਨਾਂ ਵੱਲੋਂ ਇੱਕ ਗੱਲ ਆਖੀ ਗਈ ਸੀ ਮੀਡੀਆ ਨੂੰ ਲੈ ਕੇ ਕਿ ਰਿਪੋਰਟ ਚਾਹੇ ਜਿੱਦਾਂ ਦੀ ਮਰਜ਼ੀ ਲਾ ਦਿਓ ਪਰ ਪਹਿਲਾਂ ਪ੍ਰਸ਼ਾਦੇ ਛਕੋ ਯਾਰ। ਸੋ ਅਮਰਜੀਤ ਸਿੰਘ ਛਲਾਂਗ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਲਾਈਫ ਕੇਅਰ ਫਾਊਂਡੇਸ਼ਨ ਬਾਰੇ ਗੱਲਬਾਤ ਕਰਾਂਗੇ, ਇੱਥੇ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਤੇ ਆਖਿਰ ਕਿੰਨਾ ਕੁ ਔਖਾ ਸੀ ਇਹ ਸਫ਼ਰ, ਕਿਸ ਪ੍ਰਕਾਰ ਗੁਜ਼ਾਰਿਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਵਾਇਸ ਆਫ ਪੰਜਾਬ ਟੀਵੀ ਤੇ। ਧੰਨਵਾਦ ਵਾਇਸ ਆਫ ਪੰਜਾਬ ਦਾ ਜੀ, ਜਿਨ੍ਹਾਂ ਨੇ ਪਹਿਲੇ ਦਿਨ ਤੋਂ ਸਾਡੇ ਇਸ ਅੰਦੋਲਨ ਨੂੰ ਰੂਬਰੂ ਸਾਡੇ NRI ਵੀਰਾਂ ਦੇ ਔਰ ਜਿਹੜੇ ਇਸ ਮੋਰਚੇ ਤੋਂ ਦੂਰ ਸੀ ਉਹਨਾਂ ਨੂੰ ਹੂ ਬਹੂ ਦਿਖਾਇਆ। ਜੋ ਗਰਾਊਂਡ ਲੈਵਲ ਤੇ ਘਟਨਾਵਾਂ ਵਾਪਰਦੀਆਂ ਸੀ ਪੰਜਾਬ ਵੱਲੋਂ ਦਿਖਾਇਆ ਗਿਆ। ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਔਰ ਜਿਹੜੇ ਵੀਰ ਤੁਹਾਡੇ ਚੈਨਲ ਥਰੂ ਇਸ ਮੋਰਚੇ ਦੀਆਂ ਗਤੀਵਿਧੀਆਂ ਨੂੰ ਮਿੰਟ ਤੇ ਪਲ ਤੇ ਤੁਸੀਂ ਦਿਖਾਉਂਦੇ ਸੀ, ਉਹ ਦੇਖਦੇ ਸੀ, ਔਰ ਉਹਨਾਂ ਦੀ ਸਾਡੇ ਨਾਲ ਹਮਦਰਦੀ ਸੀ, ਸਾਡੇ ਨਾਲ ਪਿਆਰ ਸੀ, ਸਾਡੇ ਨਾਲ ਮੁਹੱਬਤ ਸੀ, ਇਸ ਮੋਰਚੇ ਦੇ ਨਾਲ ਮੁਹੱਬਤ ਸੀ। ਉਹਨਾਂ ਨੇ ਇਸ ਵਿੱਚ ਜਿਹੜਾ ਯੋਗਦਾਨ ਪਾਇਆ ਤਿਲ ਦਾ, ਔਰ ਪੰਜਾਬ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡੇ ਕੋਲ ਇੱਥੇ ਫੇਰ ਕਵਰੇਜ ਤੇ ਆਏ ਆ, ਇਹਨਾਂ ਦਾ ਵੀਰ ਹੁਣਾਂ ਦਾ ਬਹੁਤ ਬਹੁਤ, ਧਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਔਰ ਇਹ ਪੁੱਛ ਰਹੇ ਸੀ ਵੀ ਕਿਸ ਤਰ੍ਹਾਂ ਇਹ ਸਾਡੀ ਲਾਈਫ ਕੇਅਰ ਫਾਊਂਡੇਸ਼ਨ, ਕੋਈ ਅਸੀਂ ਪਿੱਛੋਂ ਜਾਣਦੇ ਨਹੀਂ, ਇੱਕ ਦੂਸਰੇ ਦੇ ਨਾਲ ਕੋਈ ਰਾਬਤਾ ਨਹੀਂ, ਕੋਈ ਮਿਲ ਵਰਤਨ ਨਹੀਂ। ਇਹ ਸਰਦਾਰ ਅਵਤਾਰ ਸਿੰਘ ਜਿਹੜੇ ਸਾਡੇ ਫਾਊਂਡਰ ਆ ਲਾਈਫ ਕੇਅਰ ਫਾਊਂਡੇਸ਼ਨ ਦੇ, ਇਹਨਾਂ ਨੇ ਸ਼ੁਰੂ ਕੀਤੀ ਸੀ ਇਹ ਮੁਹਿੰਮ। ਕਿਸਾਨ ਮਜ਼ਦੂਰ ਏਕਤਾ ਹਸਪੀਟਲ ਜਿਹੜਾ ਖੋਲ੍ਹਿਆ ਸੀ, ਇੱਕ ਛੋਟੇ ਜਿਹੇ ਬੈਂਚ ਤੋਂ ਖੋਲ੍ਹਿਆ ਸੀ। ਪਹਿਲੇ ਦਿਨ ਤੋਂ ਟਰਾਲੀਆਂ ਦੇ ਵਿੱਚ ਜਾ ਕੇ ਸ਼ੂਗਰ ਚੈੱਕ ਕਰਦੇ ਸੀ। ਕਈ ਬਜ਼ੁਰਗ ਘਰਾਂ ਤੋਂ ਆਏ ਹੋਏ ਸੀ, ਆਪਣੀ ਦਵਾਈ ਭੁੱਲ ਆਏ ਸੀਗੇ, ਦਵਾਈ ਲੈ ਕੇ ਨਹੀਂ ਸੀ ਆਏ, ਉਹਨਾਂ ਦੀ ਸ਼ੂਗਰ ਵੱਜ ਜਾਂਦੀ ਸੀ। ਔਰ ਸਾਡੇ ਡੇਰਾਬੱਸੀ ਤੋਂ ਇਹਨਾਂ ਦੀ ਹਰ ਰੋਜ਼ ਕੋਈ ਨਾ ਕੋਈ ਗੱਡੀ ਬੱਸ ਟਰਾਂਸਪੋਰਟ ਆਉਂਦੀ ਸੀ, ਉਹਨਾਂ ਥਰੂ ਦਵਾਈ ਮੰਗਾ ਕੇ ਦੂਸਰੇ ਦਿਨ ਉਹਨਾਂ ਨੂੰ ਦਵਾਈ ਦਿੰਦੇ ਸੀ। ਕਿਸੇ ਦੀ BP ਦੀ ਸੀ ਦਵਾਈ। ਫਿਰ ਇੱਥੇ ਥੋੜ੍ਹਾ ਸਾਡਾ ਖਾਣ ਪੀਣ ਬਹੁਤ ਬਦਲ ਗਿਆ, ਪਿੰਨੀਆਂ ਬਹੁਤ ਆ ਗਈਆਂ। ਦਾਨੀ ਸੱਜਣਾ ਨੇ ਬੜਾ ਦਾਨ ਕੀਤਾ, ਲੇਕਿਨ ਆਪਣੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਖਾਣ ਦੇ ਨਾਲ, ਭੁੱਖ ਦੇ ਨਾਲ ਨਹੀਂ ਬਿਮਾਰ ਹੋਏ, ਜ਼ਿਆਦਾ ਖਾਣ ਦੇ ਨਾਲ ਬਿਮਾਰ ਹੋਏ। ਪਿੰਨੀਆਂ ਜ਼ਿਆਦਾ ਖਾ ਲਈਆਂ, ਬਦਾਮ ਜ਼ਿਆਦਾ ਖਾ ਲਏ, ਉਹਨਾਂ ਦੇ ਨਾਲ BP ਵੱਧ ਗਿਆ। ਸੋ ਮੈਂ ਇਹਨਾਂ ਦੇ ਨਾਲ ਜੁੜਿਆ, ਫਿਰ ਅਸੀਂ ਜੁੜ ਗਏ। ਫਿਰ ਸਾਡੀ ਇੱਕ ਜੁੜਦੇ ਇੱਦਾਂ ਹੀ ਚੰਗੇ ਬੰਦੇ ਜੁੜ ਗਏ, ਡਾਕਟਰ ਅਵਤਾਰ ਸਿੰਘ, ਮੈਂ ਅਮਰਜੀਤ ਸਿੰਘ ਚਲਾਂਗ, ਪ੍ਰਸ਼ਾਦਾ ਛਕੋ ਯਾਰ। ਫਿਰ ਸਾਡੀ ਟੀਮ ਦੇ ਵਿੱਚ ਜੁੜੇ ਗੁਰਜੀਤ ਸਿੰਘ ਗਿੱਲ, ਜਿਨ੍ਹਾਂ ਨੇ RO ਲਾਏ ਹੋਏ ਆ। ਟਿਕਰੀ ਬਾਰਡਰ ਤੇ ਵੀ ਸਫਾਈ ਦੀ ਮੁਹਿੰਮ ਚੱਲਦੀ ਉਹਨਾਂ ਦੀ। ਔਰ ਉਹਦੇ ਬਾਅਦ ਸਾਡੇ ਭਰਪੂਰ ਸਿੰਘ ਵੀਰ ਜਿਹੜੇ ਜੁੜੇ, ਜਿਹੜੇ ਕਿ
ਟਾਇਲਟ ਦੇਖੇ ਹੋਣੇ ਆ ਤੁਸੀਂ, ਟੀਨਾਂ ਦੇ ਟਾਇਲਟ ਬਣੇ ਹੋਏ 1200 ਦੇ ਟਾਇਲਟ ਲਾਗੇ ਛਾਗੇ ਉਧਰ ਲਵਾਏ ਆ, ਟਿਕਰੀ ਬਾਰਡਰ ਤੇ ਇੱਧਰ ਵੀ ਲਵਾਏ। ਸੋ ਇਸ ਤਰ੍ਹਾਂ ਸਾਡੀ ਟੀਮ ਬਣ ਗਈ ਭਰਪੂਰ ਸਿੰਘ ਉਹਨਾਂ ਦੇ ਨਾਲ। ਜਦੋਂ ਅਸੀਂ ਮਿਲ ਗਏ ਫਿਰ ਹਸਪੀਟਲ ਨੂੰ ਥੋੜਾ ਵਧਾਇਆ, ਫਿਰ 10 ਬੈੱਡ ਲਾਏ, ਥੱਲੇ ਟਹਿਲਾਂ ਲਾਤੀਆਂ। 24 ਘੰਟੇ ਤਾਂ ਪਹਿਲਾਂ ਹੀ ਚੱਲਦਾ ਸੀਗਾ, ਜਦੋਂ ਛੋਟੇ ਜਿਹੇ ਤੰਬੂ ਵਿੱਚ ਸੀਗਾ, ਡਾਕਟਰ ਸਾਹਿਬ ਪਿੱਛੇ ਆਪਣਾ ਗੱਦੇ ਵਿਛਾਏ ਹੁੰਦੇ, ਉੱਥੇ ਸੌਂ ਜਾਣਾ। ਇੱਕ ਵਾਰੀ ਮੀਂਹ ਪਵੇ ਤੇ ਮੀਂਹ ਦੇ ਨਾਲ ਸਾਰੇ ਗੱਦੇ ਗੁੱਦੇ ਸਾਡੀਆਂ ਦਵਾਈਆਂ ਕਾਫੀ ਖਰਾਬ ਹੋ ਗਈਆਂ। ਫਿਰ ਇਹ ਸਕੀਮ ਬਣਾਈ ਵੀ ਨਹੀਂ, ਇਹ ਵੱਡਾ ਟੈਂਟ ਚਾਹੀਦਾ ਇੱਥੇ। ਫਿਰ ਅਸੀਂ 2 ਟੈਂਟ ਲਾਏ, ਇਹਦੇ ਵਿੱਚ 4 ਬੈੱਡ ਸੀ ਪਹਿਲਾਂ, ਫਿਰ ਇਹਨੂੰ ਹੋਰ ਐਕਸਟੈਂਡ ਕੀਤਾ ਤੇ ਟਰਾਲੀਆਂ ਖੜੀਆਂ ਸੀਗੀਆਂ। ਟਰਾਲੀਆਂ ਵਾਲੇ ਨੂੰ ਮਿਹਨਤ ਤਰਲਾ ਕੀਤਾ ਵੀ ਸਾਨੂੰ ਇਹੋ ਜਗ੍ਹਾ ਦੇ ਦਿਓ ਵੀ ਇੱਥੇ ਹੋਰ ਵਧਾਇਆ ਜਾਵੇ ਹਸਪੀਟਲ। ਸੋ ਹਸਪੀਟਲ ਦੇ ਨਾਲ ਨਾਲ ਸਾਨੂੰ ਦਿਨ ਬ ਦਿਨ ਜਿਹੜੀਆਂ ਦਿੱਕਤਾਂ ਆਉਂਦੀਆਂ ਸੀ, ਜਿਸ ਤਰ੍ਹਾਂ ਜਿਹੜੇ ਪੇਸ਼ੈਂਟ ਆਉਂਦੇ ਸੀ ਸਾਨੂੰ ਉਹਨਾਂ ਤੋਂ ਪਤਾ ਲੱਗ ਜਾਂਦਾ ਸੀ। ਡਾਕਟਰ ਸਾਹਿਬ ਦੱਸਦੇ ਸੀ ਵੀ ਇਹ ਹੁਣ ਉਲਟੀਆਂ ਟੱਟੀਆਂ ਦੀ ਬਿਮਾਰੀ ਆ ਰਹੀ ਆ। ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਆਏ ਸੀ, ਜਿਹੜੇ ਹੁਣ ਡਿਜ਼ੀਜ਼ ਚੱਲ ਰਿਹਾ ਆ, ਖੰਘ, ਰੇਸ਼ਾ, ਜ਼ੁਕਾਮ, ਛਾਤੀ ਜਾਮ, ਪਿਛਲੇ ਸਾਲ ਵੀ ਸਟਾਰਟਿੰਗ ਤੇ ਇਦਾਂ ਹੀ ਸੀ। ਉਹਦੇ ਬਾਅਦ ਮੌਸਮ ਚੇਂਜ ਹੁੰਦਾ ਗਿਆ, ਜਿਸ ਤਰ੍ਹਾਂ ਮੌਸਮ ਚੇਂਜ ਹੁੰਦਾ ਉੱਦਾਂ ਬਿਮਾਰੀਆਂ ਵੀ ਚੇਂਜ ਹੁੰਦੀਆਂ ਗਈਆਂ। ਸੋ ਬਰਸਾਤੀ ਮੌਸਮ ਦੇ ਵਿੱਚ ਸਾਡੇ ਪਾਣੀ ਇੱਥੇ ਖੜ ਜਾਂਦਾ ਸੀ, ਪਾਣੀ ਅੰਦਰ ਵੀ ਹਸਪੀਟਲ ਦੇ ਅੰਦਰ ਵੀ ਆ ਗਿਆ। ਜਿੰਨੇ ਲੰਗਰ ਆ, ਲੰਗਰਾਂ ਦੇ ਵਿੱਚ ਵੀ ਗੰਦਾ ਪਾਣੀ ਆ ਗਿਆ। ਹੱਲ ਕਿੱਦਾਂ ਕਰਦੇ ਸੀ ਫਿਰ ਅਜਿਹੀ ਸਿਚੁਏਸ਼ਨ ਦੇ ਹਾਂ, ਵਿੱਚ? ਉਹੀ ਮੈਂ ਤੁਹਾਨੂੰ ਦੱਸਦਾ ਨਾ, ਸਾਡੇ ਭਰਪੂਰ ਸਿੰਘ ਉਹਨਾਂ ਨੇ ਸਾਰਿਆਂ ਨੇ ਇੱਥੇ ਟੀਮ ਨੇ ਬੈਠ ਕੇ ਵਿਚਾਰ ਵਟਾਂਦਰਾ ਕੀਤਾ। ਜੇ ਬਾਹਰ ਦੇਖਿਆ ਹੁਣ ਤੁਸੀਂ, ਜਿਹੜੇ ਨੈਸ਼ਨਲ ਹਾਈਵੇ ਦੇ ਨਾਲੇ 2 ਬਣੇ ਹੋਏ ਆ, 2 ਆ। ਇੱਕ ਨੂੰ ਦਿੱਤਾ ਸੀਗਾ ਨਹਿਰੂ ਦਾ ਤੇ ਇੱਕ ਮੋਦੀ ਦਾ। ਜਿਹੜਾ ਮੋਦੀ ਵਾਲਾ ਸੀਗਾ ਸੀਵਰੇਜ ਦਾ ਨਾਲਾ ਬਣਾਇਆ ਹੋਇਆ, ਉਹਦੇ ਉੱਤੇ JCB ਦਾ ਜੇ ਬਾਕਟ ਰੱਖੋ ਤਾਂ ਥੱਲੇ ਡਿੱਗ ਜਾਂਦੀ ਸੀ। 10-10 ਇੰਚ ਦੇ ਉੱਤੇ ਸਰੀਆ ਪਾਇਆ ਹੋਇਆ, ਸੀਮੈਂਟ ਦਾ ਵਿੱਚ ਨਾਂ ਨਿਸ਼ਾਨ ਨਹੀਂ। ਲੇਕਿਨ ਜਿਹੜਾ ਨਹਿਰੂ ਦੇ ਵੇਲੇ ਦਾ ਸੀਗਾ, ਉਹ ਸਾਨੂੰ ਸ਼ੈਲਫਾਂ ਤੋੜਨੀਆਂ ਬੜੀਆਂ ਔਖੀਆਂ। ਹਰੇਕ 35 ਫੁੱਟ ਦੇ ਉੱਤੇ ਸੀ ਸ਼ੈਲਫਾਂ ਤੋੜ ਕੇ ਉਸ ਨਾਲੇ ਨੂੰ ਸਾਫ਼ ਕੀਤਾ। ਔਰ ਹੁਣ ਜਿੰਨਾ ਮਰਜ਼ੀ ਮੀਂਹ ਪੈ ਜਾਵੇ ਤੇ ਉਹ ਨਾਲਿਆਂ ਥਾਣੀ ਪਾਣੀ ਨਿਕਲ ਜਾਂਦਾ। ਹੁਣ ਪਾਣੀ ਨਹੀਂ ਆਉਂਦਾ? ਪਾਣੀ ਨਹੀਂ ਆਉਂਦਾ ਜੀ। ਉਹਦੇ ਬਾਅਦ ਸਾਨੂੰ ਪ੍ਰੋਬਲਮ ਆਈ, ਹਸਪਤਾਲ ਦੇ ਵਿੱਚ ਬਜ਼ੁਰਗ ਆਉਂਦੇ ਸੀ, ਉਹਨਾਂ ਦੇ ਗੋਡੇ ਦੁਖਦੇ ਸੀ, ਗੋਡਿਆਂ ਦੀ ਪ੍ਰੋਬਲਮ ਆ ਜਾਂਦੀ ਸੀਗੀ। ਸੇ ਉਹ ਅਸੀਂ ਮਤਲਬ ਫਿਰ ਉਹਦਾ ਕਲੂ ਕੱਢਿਆ ਵੀ ਜਿਹੜੇ ਸਾਡੇ ਬਜ਼ੁਰਗ ਪਿੱਛੋਂ ਤੁਰ ਕੇ ਆਉਂਦੇ 12-14 ਕਿਲੋਮੀਟਰ ਤੋਂ, ਰਸੋਈ ਢਾਬੇ ਤੋਂ ਤੁਰ ਕੇ ਆਉਂਦੇ ਆ, ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ। ਸਾਡੇ ਤੇ ਫਿਜ਼ੀਓਥੈਰੇਪੀ ਦੇ ਡਾਕਟਰ ਹੈਗੇ ਆ, ਉਹਨਾਂ ਦੇ ਕਰਕੇ ਮਤਲਬ ਬਹੁਤ ਇੱਥੇ ਪੇਸ਼ੈਂਟ ਆਉਣ ਲੱਗ ਪਏ। ਫਿਰ ਅਸੀਂ ਕਿਹਾ ਵੀ ਨਹੀਂ ਯਾਰ, ਟਰਾਲੀਆਂ ਵੀ ਇੱਥੇ ਖੜੀਆਂ, ਟਰੈਕਟਰ ਵੀ ਖੜੇ ਆ। ਅਸੀਂ ਟਰਾਲੀਆਂ ਦੇ ਵਿੱਚ ਇੱਕ ਕਿਸਾਨ ਮੈਟਰੋ, ਇੱਕ ਕਿਸਾਨ ਐਕਸਪ੍ਰੈਸ ਬਣਾਈ, ਜਿਹੜੀ ਕਿ ਪਿੱਛੋਂ ਸਵੇਰੇ 10 ਵਜੇ ਰਸੋਈ ਢਾਬੇ ਤੋਂ ਚੱਲਦੀ, ਸੰਗਤ ਲੈ ਕੇ ਆਉਂਦੀ ਸਟੇਜ ਤੱਕ। ਸਟੇਜ ਤੋਂ ਫਿਰ ਸ਼ਾਮ ਨੂੰ ਜਦੋਂ ਸਟੇਜ ਖਤਮ ਹੋ ਜਾਂਦੀ 3 ਵਜੇ ਫਿਰ ਲੈ ਕੇ ਜਾਂਦੀ। ਹੁਣ ਜਿਸ ਤਰ੍ਹਾਂ ਮੌਸਮ ਆ ਗਿਆ ਸੀਗਾ ਡੇਂਗੂ ਦਾ, ਤੁਸੀਂ ਦੇਖਿਆ ਹੋਣਾ ਬਾਹਰ ਸਪਰੇਅ ਪੰਪ ਖੜਾ ਆ ਵੱਡਾ, ਟਰੈਕਟਰ ਤੇ ਮਗਰ ਆ। ਫਿਰ ਅਸੀਂ ਉਹਦੇ ਵਿੱਚ ਦਵਾਈ ਪਾ ਕੇ ਆਲੇ ਦੁਆਲੇ ਜਿੰਨੇ ਵੀ ਹੈਗੀ ਸਪਰੇਅ ਮਾਰੀ ਦੀ। ਸੋ ਪਹਿਲਾਂ ਆਪਣੇ ਡੇਂਗੂ ਦੇ ਬਹੁਤ, ਅੱਜ ਤੱਕ ਮੇਰਾ ਖਿਆਲ ਸਾਡੇ ਕੋਲ 24-25 ਸਿਰਫ ਡੇਂਗੂ ਦੇ ਪੇਸ਼ੈਂਟ ਆਏ। ਉਹਦੇ ਪਹਿਲਾਂ ਜਦੋਂ ਕਰੋਨਾ ਦਾ ਚੱਲਿਆ ਸੀਗਾ, ਕਰੋਨਾ ਦੇ ਵੀ ਸਾਡੇ ਕੋਲ 20 ਸਿਲੰਡਰ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਸ਼ਹਿਰਾਂ ਨੂੰ ਅਸੀਂ ਆਕਸੀਜਨ ਸਿਲੰਡਰ ਵੀ ਦਿੱਤੇ। ਇਸ ਤਰ੍ਹਾਂ ਹੀ ਇੱਕ ਪੇਸ਼ੈਂਟ ਆ ਗਏ ਸੀਗੇ ਦਿੱਲੀ ਤੋਂ, ਉਹਨਾਂ ਨੇ ਦੇਹਰਾਦੂਨ ਜਾਣਾ ਸੀਗਾ। ਦੇਹਰਾਦੂਨ ਜਾਣ ਵਾਸਤੇ ਉਹਨਾਂ ਦੇ ਕੋਲੋਂ ਐਂਬੂਲੈਂਸ ਵਾਲਾ ਉਸ ਟਾਈਮ 28000 ਰੁਪਏ ਮੰਗ ਰਿਹਾ ਸੀ। ਤੁਹਾਡੀ ਫਿਰ ਗੱਲ ਹੋਈ ਜਾਂ ਫਿਰ ਕੀ ਹੀਲਾ ਕੀਤਾ? ਉਹਨਾਂ ਨੇ ਪੇਸ਼ੈਂਟ ਨੂੰ ਇੱਥੇ ਲਿਆਂਦਾ। ਉਹਦੇ ਫਾਦਰ ਸਾਹਿਬ ਸੀਗੇ, ਮੁੰਡਾ ਸੀਗਾ ਵਿਚਾਰਾ, ਮੁੰਡੇ ਦੇ ਫਾਦਰ ਸਾਹਿਬ ਸੀਗੇ, ਕਹਿੰਦੇ ਦੇਹਰਾਦੂਨ ਖੜਨਾ। ਉਹਦੀ ਆਕਸੀਜਨ ਲੈਵਲ ਇੱਥੇ ਸਟੇਬਲ ਕੀਤਾ, 97-98 ਤੇ ਲਿਆਂਦਾ। ਉਹ ਜਦੋਂ ਇੱਥੇ ਸਾਡੇ ਕੋਲ ਆਇਆ ਉਹਦੇ ਤੋਂ 82-84 ਆਕਸੀਜਨ ਲੈਵਲ ਸੀ, ਔਰ ਇੱਥੇ ਸਟੇਬਲ ਕਰਕੇ ਫਿਰ ਉਹਨਾਂ ਨੂੰ ਦਿਨੇ ਤੋਰਿਆ ਸੀ, ਆਪਣੇ ਵਾਲੀ ਐਂਬੂਲੈਂਸ ਦਿੱਤੀ। ਔਰ ਇੱਥੇ 28000 ਮੰਗਦਾ ਸੀ, ਉੱਥੇ ਜਾ ਕੇ ਵਿਚਾਰੇ ਕੋਲੋਂ ਡੀਜ਼ਲ ਜੋਗੇ ਪੈਸੇ ਵੀ ਨਹੀਂ ਨਿਕਲੇ। ਤੇ ਉਹ ਕਿੱਥੇ ਵਿਚਾਰੇ ਨੇ 28000 ਕਰਨਾ ਸੀ। ਸੋ ਉਹ ਸਾਡਾ ਡਰਾਈਵਰ ਸੀਗਾ, ਡਰਾਈਵਰ ਨੂੰ ਫਿਰ ਇੱਥੋਂ ਅਸੀਂ ਗੂਗਲ ਪੇ ਕਰਕੇ ਤੇ ਉਹ ਗੱਡੀ ਦੇ ਵਿੱਚ ਡੀਜ਼ਲ ਪਵਾ ਕੇ ਤੇ ਫਿਰ ਮਤਲਬ ਇੱਥੇ ਪਹੁੰਚੀ। ਇਸ ਤਰ੍ਹਾਂ ਦੀ ਹੈਲਪਾਂ ਇਸ ਹਸਪਤਾਲ ਨੇ ਦਿੱਤੀਆਂ। ਸਾਡੇ ਡਾਕਟਰ ਸਾਹਿਬ ਦਾ ਕੋਲ ਸਾਰਾ ਡਾਟਾ ਤਕਰੀਬਨ 14,000 ਦੇ ਲਾਗੇ ਛਾਗੇ ਸਾਡੇ ਕੋਲ ਪੇਸ਼ੈਂਟ ਜਿਹੜੇ ਔਨ ਰਿਕਾਰਡ ਆ, ਟਾਂਕਿਆਂ ਵਾਲੇ, ਜਿਨ੍ਹਾਂ ਦੇ ਐਕਸੀਡੈਂਟ ਹੋਏ, ਟਾਂਕੇ ਲੱਗੇ। ਰਾਤੀ ਵੀ ਮਤਲਬ ਇੱਕ ਵੀਰ ਟਰਾਲੀ ਤੋਂ ਉਤਰਨ ਲੱਗਾ, ਕੋਈ ਵਾਸ਼ਰੂਮ ਜਾਣ ਲੱਗਾ ਤਾਂ ਉਹ ਪੈਰ ਸਲਿੱਪ ਕਰ ਗਿਆ, ਗਿਰ ਗਿਆ, ਉਹਦੇ ਇੱਥੇ ਚੋਟ ਲੱਗੀ, ਮਤਲਬ 2 ਸਟਿਚ ਲੱਗੇ ਉਹਦੇ। ਉਹਦੇ ਬਾਅਦ ਇੱਕ ਹੋਰ ਮੋਟਰਸਾਈਕਲ ਸਲਿੱਪ ਕਰ ਗਿਆ ਪਿਛਲੇ ਪਾਸੇ ਤੇ, ਜਿੱਥੇ ਚਿੱਕੜ ਜਿਹਾ ਹੋਇਆ ਤੁਸੀਂ ਦੇਖਿਆ ਹੋਣਾ ਉਧਰ, ਉਹ ਵਿਚਾਰੇ ਦਾ ਮੋਟਰਸਾਈਕਲ ਸਲਿੱਪ ਕਰ ਗਿਆ। ਉਹਦੇ ਵੀ ਉੱਤੇ ਉਹਦੇ 3 ਸਟਿਚ ਲੱਗੇ, ਮਤਲਬ ਅੱਖ ਦੇ ਉੱਤੇ, ਇੱਥੇ ਮੱਥੇ ਦੇ ਉੱਤੇ। ਮਤਲਬ ਉਹੀ ਅਸੀਂ ਗੱਲ ਕਰਦੇ। ਠੀਕ ਆ, ਅਸੀਂ ਲੰਗਰਾਂ ਦੀ ਵੀ ਬਹੁਤ ਮਹਾਨਤਾ ਆ, ਸਾਡੇ ਲੰਗਰ ਵੀ ਖਾਧੇ ਬਿਨਾਂ ਸਾਡਾ ਨਹੀਂ ਗੁਜ਼ਾਰਾ ਹੁੰਦਾ। ਲੇਕਿਨ ਲੰਗਰ ਤੋਂ ਬਿਨਾਂ ਅਸੀਂ 1-ਅੱਧਾ ਮਿੰਟ ਜਾਂ 1-ਅੱਧਾ ਘੰਟਾ 2 ਘੰਟੇ ਕੱਢ ਸਕਦੇ ਹਾਂ। ਲੇਕਿਨ ਇਹ ਜਿਹੜੀ ਮੈਡੀਕਲ ਸੇਵਾਵਾਂ ਆ, ਮੈਡੀਕਲ ਜੇ ਕਿਸੇ ਦੇ ਸੱਟ ਲੱਗ ਗਈ ਜਾਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਕਿਸੇ ਨੂੰ, ਸਾਡੇ ਕੋਲ ਤੁਹਾਨੂੰ ਮੈਂ ਦਿਖਾਊਂਗਾ ECG, ਸਾਡੇ ਕੋਲ 2 ਮੋਨੀਟਰਿੰਗ ਮਸ਼ੀਨਾਂ ਪਈਆਂ ਹੋਈਆਂ ਆ, ਸਾਰਾ ਮਤਲਬ ਵਧੀਆ ਹਸਪੀਟਲ ਵਾਲਾ ਸਮਾਨ ਪਿਆ, ਸੈਂਕਸ਼ਨ ਮਸ਼ੀਨ ਸਾਡੇ ਕੋਲ ਪਈ ਆ। ਉਮਰ ਜੀ, ਮੈਂ ਦੇਖ ਪਾ ਰਿਹਾ ਕਿ ਫਰਜ਼ ਤੁਸੀਂ ਪੱਕਾ ਕੀਤਾ ਆ। ਆਓ ਇੱਕ ਵਾਰੀ ਨਜ਼ਰ ਹੀ ਮਾਰ ਦਿੰਦੇ ਆ।
ਫਰਸ਼ ਤੁਸੀਂ ਪੱਕਾ ਕੀਤਾ ਆ, ਇਹਨੂੰ ਕਿੱਦਾਂ ਸੰਭਵ ਕੀਤਾ ਤੇ ਕੀ ਜ਼ਰੂਰਤ ਕਿਉਂ ਪਈ ਇਹਨੂੰ ਪੱਕਾ ਕਰਨ ਦੀ? ਇਹ ਧਮਾਨ ਸਾਹਿਬ ਸਾਡੇ ਕੋਲ ਇਸ ਤਰ੍ਹਾਂ ਹੀ ਸੀ, ਪਹਿਲਾਂ ਮੈਟ ਲਾਇਆ ਹੋਇਆ ਸੀ ਇਸ ਤਰ੍ਹਾਂ, ਤੇ ਉਹ ਮਤਲਬ ਜਦੋਂ ਕੋਈ ਵੋਮਿਟਿੰਗ ਕਰ ਦਿੰਦਾ ਜਾਂ ਬਲੱਡ ਗਿਰ ਜਾਂਦਾ, ਉਹ ਹਾਈਜੀਨਿਕ ਸਟੈਂਡਰਡ ਨਹੀਂ ਸੀ ਫਿਰ ਰਹਿੰਦਾ, ਮੇਨਟੇਨ ਨਹੀਂ ਸੀ ਹੁੰਦਾ, ਉਹਨੂੰ ਸਾਫ਼ ਕਰਨਾ ਬੜਾ ਕਠਿਨ ਹੋ ਜਾਂਦਾ ਸੀਗਾ। ਸੋ ਇਸ ਕਰਕੇ ਅਸੀਂ ਫਿਰ ਇਹਦੇ ਤੇ ਟਾਈਲਾਂ ਦਾ ਲਾਇਆ। ਟਾਈਲਾਂ ਦੇ ਉੱਤੇ ਹਾਈਜੀਨਿਕ ਸਟੈਂਡਰਡ ਆ, ਮਤਲਬ ਇਹਨੂੰ ਸਫਾਈ ਦੇ ਤੌਰ ਦੇ ਉੱਤੇ ਵਧੀਆ ਸਾਫ਼ ਕੀਤਾ ਜਾ ਸਕਦਾ, ਜ਼ਰੂਰੀ ਸੀ। ਉਹਦੇ ਬਾਅਦ ਸਾਡੇ ਕੋਲ ਇੱਥੇ ਇਲੈਕਟ੍ਰਿਸਿਟੀ ਦੀ ਬਹੁਤ ਦਿੱਕਤ ਸੀਗੀ, ਬਿਲਕੁਲ ਇਲੈਕਟ੍ਰਿਸਿਟੀ ਦੀ, ਬਿਜਲੀ ਦੀ ਬੜੀ ਦਿੱਕਤ ਸੀ। ਦੇਖ ਪਾ ਰਹੇ ਹਾਂ ਬਹੁਤ ਸਾਰੇ ਉਪਕਰਨ ਨੇ। ਜੀ ਮੈਂ ਤੁਹਾਨੂੰ ਉਹੀ ਦੱਸਦਾ ਵੀ ਮਤਲਬ ਬਿਜਲੀ ਦਾ ਇੰਨਾ ਮੰਦਾ ਹਾਲ ਸੀ, ਫਲੈਕਚੁਏਸ਼ਨ ਬਹੁਤ ਹੁੰਦੀ ਸੀਗੀ, ਵੋਲਟੇਜ ਡਾਊਨ ਹੋ ਜਾਂਦੇ ਸੀ। ਸਾਡੀ ਇੱਕ ECG ਮਸ਼ੀਨ ਸੜੀ, ਔਰ ਜਿਹੜੀ 1 ਡ੍ਰੌਪ ਬਲੱਡ ਟੈਸਟਿੰਗ ਮਸ਼ੀਨ ਸੀਗੀ ਸਾਡੇ ਕੋਲ ਲੈਬ ਦੇ ਵਿੱਚ ਜਿਹੜੀ, ਉਹ ਵੀ ਡੈਮੇਜ ਹੋ ਗਈ। ਇਸ ਟਾਈਮ ਸਾਡੇ ਕੋਲ ਹੈ ਨਹੀਂ, ਅੰਡਰ ਰਿਪੇਅਰ ਗਈ ਹੋਈ ਹੈ। ਫਿਰ ਉਹਦੇ ਬਾਅਦ ਵੀ ਸਪੋਰਟ ਅਵਰ ਫਾਰਮਰ ਚੰਡੀਗੜ੍ਹ ਦੀ ਸਾਡੀ ਇੱਕ ਟੀਮ ਆ, ਉਹਨਾਂ ਨੇ ਸਾਨੂੰ ਸਟੈਪਲਾਈਜ਼ਰ ਦਿੱਤਾ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹੂੰਗਾ ਵੀ ਇਹ ਸਟੈਪਲਾਈਜ਼ਰ ਦਿਖਾਇਓ। ਇਹ ਵੀ ਕੇਅਰ ਅਵਰ ਫਾਰਮਰ, ਵੀ ਸਪੋਰਟ ਅਵਰ ਫਾਰਮਰ, ਉਹਨਾਂ ਨੇ ਸਾਨੂੰ ਫਿਰ ਇਹੋ ਜਿਹੜਾ ਸਟੈਪਲਾਈਜ਼ਰ ਦਿੱਤਾ, ਉਹ ਪੂਰੀ ਦੱਸੇਗਾ ਇਨਪੁਟ ਕਿੰਨੀ ਆ, ਆਊਟਪੁੱਟ ਕਿੰਨੀ ਜਾ ਰਹੀ ਹੈ। 225 ਆਊਟਪੁੱਟ ਦੇਗਾ ਸਾਨੂੰ, ਸਟੇਬਲ ਰੱਖੇਗਾ। ਉਹਦੇ ਨਾਲ ਸਾਡੀਆਂ ਜਿੰਨੀਆਂ ਵੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀਆਂ ਹਸਪੀਟਲ ਦੀਆਂ ਮਸ਼ੀਨਾਂ ਹੁੰਦੀਆਂ ਬੜੀਆਂ ਨਾਜ਼ੁਕ ਹੁੰਦੀਆਂ, ਜੇ ਇੱਕ BP ਵਾਲੀ ਵੀ ਮਸ਼ੀਨ ਆ, ਉਹ ਵੀ ਜੇ 2 ਪੁਆਇੰਟ ਉੱਤੇ ਥੱਲੇ ਦੱਸਦੀ ਹੈ ਤੇ ਪੂਰੀ ਬਹੁਤ ਜ਼ਿਆਦਾ ਵੇਰੀਏਸ਼ਨ ਆ ਜਾਂਦੀ ਹੈ। ਸੋ ਇਹ ਇਲੈਕਟ੍ਰਿਕ ਪਾਵਰ ਕੰਟਰੋਲ ਦੇ ਵਿੱਚ ਚਾਹੀਦੀ ਹੈ, ਉਹਦੇ ਕੋਲ ਅੱਗੇ ਸਾਡੇ ਕੋਲ ECG ਮਸ਼ੀਨ ਆ। ਕੈਮਰਾ ਵੀਰ ਨੂੰ ਮੈਂ ਇਹਨੂੰ ਕਹੂੰਗਾ ਦਿਖਾਵੇ ਵੀ 2 ਮੋਨੀਟਰਿੰਗ ਮਸ਼ੀਨਾਂ ਪਈਆਂ, ਉਹਦੇ ਪਿੱਛੇ ਸੈਂਕਸ਼ਨ ਮਸ਼ੀਨ ਪਈ ਆ। ਖੁਦਾ ਨਾ ਖਾਸਤਾ, ਰੱਬ ਨਾ ਕਰੇ ਕੋਈ ਜ਼ਹਿਰੀਲੀ ਚੀਜ਼ ਨਿਕਲ ਜਾਵੇ ਤੇ ਉਹਦੀ ਉਹ ਜ਼ਹਿਰ ਕੱਢਣ ਵਾਸਤੇ ਸੈਂਕਸ਼ਨਿੰਗ ਮਸ਼ੀਨ ਵੀ ਆ। ਉਹ ਪਰੇ ECG ਮਸ਼ੀਨ ਵੀ ਲੱਗੀ ਹੋਈ ਹੈ ਜੀ। ਜੇ ਕਿਸੇ ਨੂੰ ਹਾਰਟ ਦੀ ਕੋਈ ਪ੍ਰੋਬਲਮ ਆਉਂਦੀ ਆ, ਉਹਦੇ ਬਾਅਦ ਸਾਡੇ ਕੋਲ ਸਾਰੇ ਐਮਰਜੈਂਸੀ ਇੰਜੈਕਸ਼ਨ ਕੀ ਟੋਟਲੀ ਸਮਾਨ ਪਿਆ ਵੀ ਸਾਰੀ ਐਮਰਜੈਂਸੀ ਦੇ ਨਾਲ ਨਜਿੱਠਣ ਵਾਸਤੇ ਸਾਡਾ ਸਾਰਾ ਸਮਾਨ ਪਿਆ। ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਘੁਮਾ ਕੇ ਇੱਧਰ ਵੀ ਦਿਖਾ ਦਿਓ। ਮਾਈਨਰ OT ਹੈ ਜੀ, ਆਪਰੇਸ਼ਨ ਥੀਏਟਰ ਵੀ ਹੈ ਸਾਡੇ ਕੋਲ। ਉਸ ਆਪਰੇਸ਼ਨ ਥੀਏਟਰ ਦੇ ਵਿੱਚ ਕਿਸੇ ਦੇ ਸਟਿਚ ਲਾਉਣੇ ਆ, ਕਿਸੇ ਦੀ ਕੋਈ ਮਾਈਨਰ ਸਰਜਰੀ ਕਰਨੀ ਆ, ਉਹ ਸਾਰਾ ਇੱਥੇ ਜਿੰਨਾ ਸਾਡੇ ਕੋਲ ਵੱਧ ਤੋਂ ਵੱਧ ਹੋ ਸਕਦਾ ਸੀ, ਵੱਧ ਤੋਂ ਵੱਧ ਮਤਲਬ ਸੰਗਤ ਦੀ ਸੇਵਾ ਕਰਨ ਨੂੰ ਤਤਪਰ ਰਹਿੰਦੇ। ਸਾਡੇ ਡਾਕਟਰ 24 ਘੰਟੇ ਇੱਥੇ ਰਹਿੰਦਾ। ਸੋ ਬਾਹਰ ਵੀ ਲਿਖਿਆ ਹੋਇਆ 24/7 24 ਘੰਟੇ 7 ਦਿਨ ਜੀ ਹਸਪੀਟਲ ਖੁੱਲਾ ਰਹਿੰਦਾ ਹੈ। ਅਮਰਜੀਤ ਜੀ, ਇਹ ਤਾਂ ਗੱਲ ਹੋਈ ਕਿ ਅਸੀਂ ਕਿਸ ਹੱਦ ਤੱਕ ਗਏ। ਜੀ ਪਰ ਜਦੋਂ ਤੁਰੇ ਸੀ ਕੀ ਅੰਦਾਜ਼ਾ ਸੀ ਕਿ ਇਸ ਹੱਦ ਤੱਕ ਜਾਣਾ ਪਊਗਾ? ਨਹੀਂ, ਉਦੋਂ ਕੋਈ ਅੰਦਾਜ਼ਾ ਨਹੀਂ ਸੀ। ਅਸੀਂ ਮਤਲਬ ਜਥੇਬੰਦੀਆਂ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ, ਤੇ ਸਾਡੇ ਜਿਹੜੇ ਜਥੇਬੰਦੀਆਂ ਦੇ ਸੀਗੀ ਜਿਹੜੀ ਰੂਪਰੇਖਾ ਸੀ ਵੀ ਆਪਣੀ ਟਰਾਲੀ ਦੇ ਵਿੱਚ 2-2 ਮਹੀਨੇ ਦਾ ਸਮਾਨ ਰੱਖਣਾ, ਆਪਣਾ ਰਾਸ਼ਨ, ਔਰ 1 ਸਿਲੰਡਰ ਹੋਣਾ ਚਾਹੀਦਾ, 2 ਪਤੀਲੇ ਹੋਣੇ ਚਾਹੀਦੇ, 1 ਸਬਜ਼ੀ ਲਈ, 1 ਚਾਹ ਬਣਾਉਣ ਵਾਸਤੇ। ਤੁਹਾਡੇ ਕੋਲ ਸਾਰਾ ਸਮਾਨ ਟਰਾਲੀ ਦੇ ਵਿੱਚ ਹੋਣਾ ਚਾਹੀਦਾ। ਪਤਾ ਨਹੀਂ ਕਿੱਥੇ ਰੁਕਣਾ, ਕਿੱਥੇ 5 ਬੰਦਿਆਂ ਦਾ ਸਮਾਨ ਹੋਣਾ ਚਾਹੀਦਾ। 5 ਜਾਂ 10 ਥਾਲੀਆਂ, ਚਮਚ, ਗਲਾਸ, ਸਾਰਾ ਕੁਝ ਉਸ ਟਰਾਲੀ ਦੇ ਵਿੱਚ ਹੋਣਾ ਚਾਹੀਦਾ। ਵੀ ਪਤਾ ਨਹੀਂ ਕਿੱਥੇ ਸਾਨੂੰ ਰਾਤ ਕੱਟਣੀ, ਕਿੱਥੇ ਦਿਨ ਕੱਟਣੇ। ਪਰ ਇੱਥੇ ਫਿਰ ਸਿੰਘੂ ਬਾਰਡਰ ਤੇ ਆ ਕੇ ਤੇ ਮਤਲਬ ਪੱਕੇ ਘਰ ਬਣ ਗਏ ਹੋਣਾ। ਦੇਖੋ ਜੀ, ਇਹ ਵੀ ਬਣੇ। ਹੋਰ ਤੁਹਾਨੂੰ ਮੈਂ ਇੱਕ ਹੋਰ ਮਤਲਬ ਖੁਸ਼ੀ ਦੀ ਗੱਲ ਕਹਿ ਲਓ, ਜਾਂ ਮਤਲਬ ਮੈਂ ਆਪਣੇ ਆਪ ਨੂੰ ਬੜਭਾਗਾ ਸਮਝਦਾ ਕਿ ਹਸਪੀਟਲ ਜਿਹੜਾ ਹੈ ਇਹ ਸਾਰੀ ਟੀਮ ਨੇ ਮੈਨੂੰ ਦੇ ਦਿੱਤਾ। ਮੇਰਾ ਏਰੀਆ ਭੋਗਪੁਰ ਆ, ਭੋਗਪੁਰ ਦੇ ਨਾਲ ਪਿੰਡ ਆ ਚਲਾਂਗ, ਉੱਥੇ ਮੇਰੇ ਕੋਲ ਜਗ੍ਹਾ। ਇਹ ਇਸੇ ਤਰ੍ਹਾਂ ਹੀ ਇੱਕ ਮਿਊਜ਼ੀਅਮ ਟਾਈਪ ਇਹ ਹਸਪੀਟਲ ਇਦਾਂ ਹੀ ਚੱਲੇਗਾ ਉੱਥੇ ਚਲਾਂਗ, ਭੋਗਪੁਰ, ਚਲਾਂਗ, ਜਲੰਧਰ ਦੇ ਵਿੱਚ ਜੀ। ਸੋ ਮੈਂ ਸਾਰੇ ਦਰਸ਼ਕਾਂ ਨੂੰ ਵੀ ਕਹੂੰਗਾ ਵੀ ਉੱਥੇ ਆ ਕੇ ਜੇ ਕਿਸੇ ਨੂੰ ਜਿਸ ਤਰ੍ਹਾਂ ਦੀ ਵੀ ਬਿਮਾਰੀ ਦੀ ਤਕਲੀਫ ਦੀ ਲੋੜ ਹੋਵੇ, ਉਹ ਹਸਪੀਟਲ ਦੇ ਵਿੱਚ ਆ ਕੇ ਇਸੇ ਤਰ੍ਹਾਂ ਜੇ ਤੁਹਾਡਾ ਆਸ਼ੀਰਵਾਦ ਰਿਹਾ, ਤੁਹਾਡੀ ਸੰਗਤ ਦਾ ਆਸ਼ੀਰਵਾਦ ਰਿਹਾ, ਤੁਹਾਡਾ ਭਰਾਵਾਂ ਦਾ ਪਿਆਰ ਰਿਹਾ, ਤਾਂ ਇਸੇ ਤਰ੍ਹਾਂ ਉੱਥੇ ਚਲਾਵਾਂਗੇ। ਸੋ ਸਾਡੇ ਗਿੱਲ ਸਾਹਿਬ ਨੇ RO ਲਾਏ ਹੋਏ ਆ। ਉਹ RO ਵੀ ਗਿੱਲ ਸਾਹਿਬ ਕਹਿੰਦੇ ਵੀ ਉੱਥੇ ਗੁਰਜੀਤ ਸਿੰਘ ਗਿੱਲ ਸਾਡੇ ਕੋਰ ਮੈਂਬਰ ਆ, ਉਹ ਵੀ ਕਹਿੰਦੇ ਵੀ ਉਹ RO ਵੀ ਉੱਥੇ ਹਸਪਤਾਲ ਦੇ ਨਾਲ ਲਾ ਦੇਣੇ ਆ ਕਿ ਉਹਨਾਂ ਦੇ RO ਦਾ ਜਿਹੜਾ ਪਾਣੀ ਪੈਕ ਕਰਕੇ ਅਸੀਂ ਉਹਨਾਂ ਗਰੀਬ ਗੁਰਬਿਆਂ ਦੇ ਵਿਆਹਾਂ, ਸ਼ਾਦੀਆਂ, ਭੋਗਾਂ ਦੇ ਦਵਾਂਗੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਾਂ ਅਸੀਂ ਰੇਟ ਟੂ ਰੇਟ ਦੇ ਕੇ ਜੋ ਉਹਦੀ ਇਨਕਮ ਹੋਏਗੀ ਉਹਨੂੰ ਹਸਪੀਟਲ ਦੇ ਵਿੱਚ ਚਲਾਵਾਂਗੇ ਜੀ। ਜਿਸ ਤਰ੍ਹਾਂ ਵੀ ਕੋਈ ਦਵਾਈਆਂ ਦਾ ਖਰਚਾ ਹੋਊਗਾ, ਉਹ ਮਤਲਬ ਪਾਣੀ ਦਾ ਜਿਹੜਾ RO ਸਿਸਟਮ ਹੋਊਗਾ ਉਹਦੇ ਤੋਂ ਚੱਕਿਆ ਜਾਊਗਾ ਜੀ। ਸੋ ਅਮਰਜੀਤ ਜੀ, ਸਾਰੀਆਂ ਗੱਲਾਂ ਤੁਸੀਂ ਦੱਸੀਆਂ ਕਿ ਕਿੰਨੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਤੁਸੀਂ ਇਹ ਹਸਪਤਾਲ ਬਣਾਇਆ, ਕਿੰਨੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਮਰੀਜ਼ ਇੱਥੇ ਆਉਂਦੇ ਸੀ। ਜੀ ਹੁਣ ਅਖੀਰ ਕਾਫੀ ਹੱਦ ਤੱਕ ਮਸਲਾ ਹੱਲ ਹੋ ਗਿਆ ਹੈ। ਇੰਤਜ਼ਾਰ ਹੈ ਉਹ ਦਿਨ ਦਾ ਜਦੋਂ ਸਾਰੇ ਸੁੱਖੀ ਸਾਂਦੀ ਆਪਣੇ ਘਰ ਵਾਪਸ। ਜੀ ਹਾਂ, ਉਹੀ ਹੈ ਜੀ। ਸੰਯੁਕਤ ਮੋਰਚੇ ਦਾ ਜਿਸ ਤਰ੍ਹਾਂ ਦਾ ਵੀ ਐਲਾਨ ਆਏਗਾ, ਅੱਜ ਵੀ ਮੇਰਾ ਖਿਆਲ ਅੱਜ ਮੀਟਿੰਗ ਚੱਲਦੀ ਸੀ ਇਹਨਾਂ ਦੀ, ਜਿਸ ਤਰ੍ਹਾਂ ਦਾ ਵੀ ਐਲਾਨ ਆਊਗਾ ਅਸੀਂ ਹਸਪੀਟਲ ਜਿਹੜਾ ਸਾਰਿਆਂ ਨਾਲੋਂ ਬਾਅਦ 'ਚ ਚੱਕਾਂਗੇ, ਕਿਉਂਕਿ ਕਿਸੇ ਨੇ ਛੰਨਾ ਖੋਲਣੀਆਂ, ਕਿਸੇ ਨੇ ਹੋਰ, ਰੱਬ ਨਾ ਕਰੇ ਕਿਸੇ ਦੇ ਸੱਟ ਪੇਟ ਲੱਗ ਜਾਏ, ਕਿੱਥੇ ਜਾਏਗਾ ਉਹ।
ਸੋ ਉਹਦੇ ਬਾਅਦ ਵੀ ਸਾਡੀ ਜਿਹੜੀ ਐਂਬੂਲੈਂਸ ਸਾਰਿਆਂ ਨਾਲੋਂ ਬਾਅਦ 'ਚ ਜਾਏਗੀ। ਉਹਦੇ ਵਿੱਚ ਦਵਾਈਆਂ ਇੰਜੈਕਸ਼ਨ ਸਾਰੇ ਹੋਣਗੇ। ਕਿਸੇ ਨੂੰ ਵੀ ਕਿਤੇ ਜਦੋਂ ਕਾਫਲਾ ਜਾਣਾ ਵੀ ਆ ਉਦੋਂ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਉਹਦੀ ਜਿਹੜੀ ਸਿਹਤ ਸਹੂਲਤ ਵਾਸਤੇ ਇਹ ਜਿਹੜੀ ਸਾਡੀ ਐਂਬੂਲੈਂਸ ਸਾਰਿਆਂ ਨਾਲੋਂ ਬਾਅਦ 'ਚ ਜਾਏਗੀ ਜੀ। ਜੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਉਪਲਬਧੀ ਹੁੰਦੀ ਆ ਜਦੋਂ ਐਡਾ ਵੱਡਾ ਅੰਦੋਲਨ ਹੋਵੇ ਤੇ ਤੁਹਾਡਾ ਨਾਮ ਮਨੁੱਖਤਾ ਦੀ ਸੇਵਾ ਦੇ ਲਈ ਯਾਦ ਕੀਤਾ ਜਾਂਦਾ ਹੈ। ਅਮਰਜੀਤ ਛਲਾਂਗ ਜੀ ਨਾਲ ਸਾਡੀ ਗੱਲਬਾਤ ਹੋਈ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਤੁਸੀਂ ਆਪਣੀਆਂ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਤੇ ਇਸੇ ਦੇ ਨਾਲ ਦੋਸਤੋ ਲਾਈਫ ਕੇਅਰ ਹਸਪਤਾਲ ਦੇ ਅਸੀਂ ਤੁਹਾਨੂੰ ਹਾਲਾਤ ਦਿਖਾਏ, ਕਿੰਨਾ ਹਾਲਾਤਾਂ ਦੇ ਵਿੱਚ ਇਹ ਹਸਪਤਾਲ ਤਿਆਰ ਕੀਤਾ ਗਿਆ, ਕੱਚੇ ਤੋਂ ਪੱਕਾ ਕੀਤਾ ਗਿਆ। ਤੇ ਇਸੇ ਪ੍ਰਕਾਰ ਉਹਨੇ ਹਸਪਤਾਲ ਮੋਹਾਲੀ ਵਿੱਚ ਵੀ ਚਲਾਂਗ ਦੇ ਵਿੱਚ ਵੀ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਸੋ ਮਾਫ ਕਰਨਾ ਜਲੰਧਰ ਦੇ ਭੋਗਪੁਰ ਦੇ ਵਿੱਚ ਚਲਾਂਗ ਦੇ ਵਿੱਚ ਇਸੇ ਪ੍ਰਕਾਰ ਚੱਲੇਗਾ। ਸੋ ਉਮੀਦ ਕਰਦੇ ਹਾਂ ਕਿ ਜਲਦੀ ਹੀ ਜੋ ਇੰਤਜ਼ਾਰ ਦੀਆਂ ਘੜੀਆਂ ਨੇ ਉਹ ਸਮਾਪਤ ਹੋਣ। ਜਲਦੀ ਹੀ ਕੇਂਦਰ ਸਰਕਾਰ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਜੋ ਬਾਕੀ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਇਸ ਅੰਦੋਲਨ ਦਾ ਰੁਖ ਹੈ ਜੋ ਉਹ ਮੋੜਿਆ ਜਾਵੇ ਤੇ ਵਾਪਸ ਸਾਰੇ ਲੋਕ ਸੁੱਖੀ ਸਾਂਦੀ ਆਪੋ ਆਪਣੇ ਘਰਾਂ ਨੂੰ ਪਰਤਣ। ਸੋ ਅਪਡੇਟਸ ਤੁਹਾਨੂੰ ਇਸੇ ਪ੍ਰਕਾਰ ਦਿੰਦੇ ਰਵਾਂਗੇ। ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਅੰਦੋਲਨ ਕਿਸ ਤਰ੍ਹਾਂ ਚੱਲ ਰਿਹਾ ਇਹ ਵੀ ਤੁਹਾਨੂੰ ਦਿਖਾਉਂਦੇ ਰਵਾਂਗੇ। ਇਸੇ ਪ੍ਰਕਾਰ ਬਣੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ।